ਸਰਕਾਰਾਂ ਚੌਂਕੜਾ ਮਾਰ ਕੇ ਬੈਠੀਆਂ ਹਨ। ਜਿੰਨਾ ਮਰਜ਼ੀ ਸੰਘਰਸ਼ ਕਰ ਲਓ, ਮਿਲਦਾ ਕੋਈ ਫਲ ਨਹੀਂ। ਇਹ ਪਨਵਸ ਮੁਲਾਜ਼ਮ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਧਰਨਾ ਇਸ ਕਰਕੇ ਲਾ ਕੇ ਬੈਠੇ ਹਾਂ ਕਿ ਬਾਰ-ਬਾਰ ਕੈਪਟਨ ਨਾਲ ਮੁਲਾਕਾਤਾਂ ਹੋ ਰਹੀਆਂ ਹਨ, ਪਰ ਸਾਡੀ ਮੁਸ਼ਕਿਲ ਦਾ ਹੁੰਦਾ ਕੋਈ ਹੱਲ ਨਹੀਂ। ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ, मैं ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੇ ਹੋ वीडियो किस बाबत होने वाली है। इस समय वर्कशॉप के बिल्कुल बाहर धरना ला के बैठे हुए हैं पनवस के मुलाजम, और सरकार नूं यही कहना चाहते आ कि ਜਿਹੜੇ ਦਰਖਤ फल नहीं ਦਿੰਦੇ ਉਹਨੂੰ ਕੱਟਿਆ ना करो, क्योंकि ये दरख्त छां ਜ਼ਰੂਰ ਦਿੰਦੇ ਆ। ਤਾਂ ਇਹ ਛਾਂ ਇਹਨਾਂ ਦੇ ਘਰ ਵਿੱਚ ਜਾਣੀ ਚਾਹੀਦੀ, क्योंकि ਇਹਨਾਂ ਦੀ ਡਿਊਟੀ ਬਹੁਤ ਹਾਰਡ ਆ। मैं ਪਹਿਲਾਂ भी ਇਹਨਾਂ ਨਾਲ 2-3 ਵੀਡੀਓ ਕਰ ਚੁੱਕਾ। ਇਹਨਾਂ ਨੇ ਇਹ ਵੀ ਦੱਸਿਆ ਸੀ ਕਿ ਸਾਡੀ ਡਿਊਟੀ ਜਿਹੜੀ 24 ਘੰਟੇ ਵੀ ਚੱਲਦੀ ਹੈ, ਔਰ ਉਸ ਦੇ ਬਾਵਜੂਦ ਜਿਹੜਾ ਲਾਈਵਲੀਹੁੱਡ ਮੈਨੇਜ ਕਰਨਾ ਬਹੁਤ ਮੁਸ਼ਕਿਲ ਹੈ। ਪਰ ਇੱਥੇ ਦਿੱਕਤ ਇਹ ਹੈ ਕਿ ਜਿਹਦੇ ਕੋਲ ਕੋਈ ਅਹੁਦਾ ਨਹੀਂ ਉਹਨੂੰ ਕੋਈ ਨਹੀਂ ਪੁੱਛਦਾ, ਪਰ ਜਿਹਦੇ ਕੋਲ ਅਹੁਦਾ ਆ ਉਹ ਕਿਸੇ ਨੂੰ ਨਹੀਂ ਪੁੱਛਦਾ। ਇਸ ਕਰਕੇ ਦਿੱਕਤ ਪਰੇਸ਼ਾਨੀ ਬਹੁਤ ਹੈ, ਮੁਸ਼ਕਿਲਾਂ ਬਹੁਤ ਹਨ। ਇੱਕ ਇੱਕ ਕਰਕੇ ਤੁਹਾਡੇ ਤੱਕ ਅੱਪੜਦੀਆਂ ਕਰਦੇ ਹਾਂ। ਸਾਡੇ ਨਾਲ ਸੈਕਟਰੀ ਸਾਹਿਬ ਮੌਜੂਦ ਆ। ਸੈਕਟਰੀ ਸਾਹਿਬ ਅਸ਼ੋਕ ਕਰੋੜੀ ਜੀ, ਸੈਕਟਰੀ ਸਾਹਿਬ ਸਾਡੇ ਨਾਲ ਮੌਜੂਦ ਆ। ਸਰ ਦੱਸੋ ਕੀ ਪਰੇਸ਼ਾਨੀਆਂ ਹਨ ਸਾਰੇ ਵੀਰਾਂ ਨੂੰ, ਇੱਕ ਇੱਕ ਕਰਕੇ ਜਿਹੜਾ ਸਾਂਝੀਆਂ ਕਰੋ, ਤੇ ਉਸ ਦੇ ਨਾਲ ਦੀ ਨਾਲ ਮੈਂ ਪ੍ਰਸ਼ਨ ਵੀ ਲੈਂਦਾ ਰਹਾਂਗਾ। ਸਰ ਪਰੇਸ਼ਾਨੀਆਂ ਪਿੱਛੇ ਅਸੀਂ ਹੜਤਾਲ ਕੀਤੀ ਸੀ ਤੇ ਸਰਕਾਰ ਨੇ ਟਰਾਂਸਪੋਰਟ ਮੰਤਰੀ ਨੇ ਸਾਨੂੰ ਆਪਣੇ ਘਰ ਬੁਲਾਇਆ। ਉੱਥੇ ਸਟੇਟ ਟਰਾਂਸਪੋਰਟ ਡਾਇਰੈਕਟਰ, ਸਟੇਟ ਟਰਾਂਸਪੋਰਟ ਸੈਕਟਰੀ, PRTC ਦੇ MD ਸਾਹਿਬ, ਉੱਥੇ ਉਹਨਾਂ ਨੇ ਸਾਡੇ ਨਾਲ ਜਿਹੜੀ 2-3 ਘੰਟੇ ਮੀਟਿੰਗ ਕੀਤੀ ਹੈ ਵੀ ਕਿਹੜੇ 7 ਸਾਲ ਵਾਲੇ ਠੇਕੇ ਵਾਲੇ, 5 ਸਾਲ ਵਾਲੇ ਕਿਹੜੇ ਕੰਟਰੈਕਟ ਦੇ ਤੁਹਾਡੇ ਬੰਦੇ ਰੈਗੂਲਰ ਕੀਤੇ ਜਾਣਗੇ, ਵੀ ਜਿਹੜੀ ਤੁਸੀਂ ਆਪਣੀ ਹੜਤਾਲ ਦੀ ਕਾਲ ਦਿੱਤੀ ਹੈ ਉਹ ਵਾਪਸ ਲੈ ਲਓ। ਅਸੀਂ ਉਹਨਾਂ ਨਾਲ ਟੇਬਲ ਟਾਕ ਤੇ ਮੀਟਿੰਗ ਕੀਤੀ। ਚਲੋ ਸਾਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਸੀ। ਅਸੀਂ ਜਿਹੜੀ ਹੈ ਹੜਤਾਲ ਕੈਂਸਲ ਕਰ ਦਿੱਤੀ। ਉਹਨਾਂ ਨੂੰ ਆਪਣੀ ਪ੍ਰਪੋਜ਼ਲ ਜਿਹੜੀ ਬਣਵਾ ਕੇ ਦੇ ਦਿੱਤੀ। ਮੁੜ ਕੇ ਕੈਬਨਿਟ ਦੀ ਮੀਟਿੰਗ ਹੋਈ, ਉੱਥੇ ਕੋਈ ਹੱਲ ਨਹੀਂ ਹੋਇਆ। ਮੁੜ ਕੇ ਫਿਰ ਕੈਬਨਿਟ ਦੀ ਮੀਟਿੰਗ ਹੋਈ, ਉੱਥੇ ਸਰ ਕੋਈ ਹੱਲ ਨਹੀਂ ਹੋਇਆ। ਤੇ ਉਸ ਤੋਂ ਬਾਅਦ ਅਸੀਂ ਲੁਧਿਆਣੇ PRTC ਪਨਵਸ ਨੇ ਪੰਜਾਬ ਦੇ ਮੀਟਿੰਗ ਰੱਖੀ। ਉਹ ਮੀਟਿੰਗ ਦੇ ਵਿੱਚ ਸਾਡੇ ਪ੍ਰਧਾਨ ਸੈਕਟਰੀਆਂ ਨੇ ਫੈਸਲਾ ਲਿਆ ਵੀ ਕਿਹੜਾ 10,000 ਰੁਪਏ ਨਾਲ ਘਰ ਚਲਾਉਣਾ ਬਹੁਤ ਔਖਾ ਹੋ ਗਿਆ। ਇਸ ਨਾਲੋਂ ਸਰਕਾਰ ਸਾਨੂੰ ਪੱਕੇ ਨਹੀਂ ਕੱਢਦੀ ਤਾਂ ਕੱਢਣ ਦਾ ਨੋਟਿਸ ਦੇ ਦੇਵੇ। ਇੱਥੇ ਤੱਕ ਬੰਦੇ ਦੁਖੀ ਹੋ ਗਏ। ਜੇ ਕੱਢ ਦੂਗੇ ਤਾਂ ਫਿਰ ਕੀ ਕਰੋਗੇ? ਕਿਉਂਕਿ ਤੁਸੀਂ ਉੱਥੇ ਲਿਖਿਆ ਵੀ ਹੈ ਕਿ ਬਰਾਬਰ ਕੰਮ ਬਰਾਬਰ ਤਨਖਾਹ ਮਿਲ ਰਹੀ ਹੈ। ਬਰਾਬਰ ਤਨਖਾਹ ਨਹੀਂ ਮਿਲ ਰਹੀ ਜੀ। ਅਸੀਂ ਮੰਗ ਕਰਦੇ ਹਾਂ, ਅਸੀਂ ਸਰਕਾਰ ਤੋਂ ਇੱਕ ਜਾਇਜ਼ ਮੰਗ ਕਰਦੇ ਹਾਂ। ਮੰਗ ਸਾਡੀ ਇਹ ਹੈ ਜੀ ਵੀ ਸਾਨੂੰ ਜਿਹੜਾ ਠੇਕੇਦਾਰ ਵਿਚੋਲਾ ਵਿੱਚ ਉਹਨੂੰ ਬਾਹਰ ਕੱਢ ਦਿਓ, ਸਾਨੂੰ ਸਿੱਧੀ ਸੈਲਰੀ ਦਿਓ। ਠੇਕੇਦਾਰ ਕੌਣ ਹੈ? ਠੇਕੇਦਾਰ ਇਹਨਾਂ ਦਾ ਆਪਣਾ ਕੋਈ ਚਹੇਤਾ ਜੀ, ਦਤਾਰ ਸਿਕਿਉਰਿਟੀ ਕੰਪਨੀ ਦਾ। ਇਹ ਸਾਰਾ ਜਿਹੜਾ ਸਿਸਟਮ ਹੈ ਆਪਸ ਵਿੱਚ ਰਲਿਆ ਵਾ ਜੀ। ਉਹਨੂੰ ਤਨਖਾਹ ਭੇਜਦੇ ਇਹ ਵੱਧ ਬਣਾ ਕੇ ਸਾਨੂੰ ਗਾਹਾਂ ਅਕਾਊਂਟ ਦੇ ਵਿੱਚ 11,000 ਰੁਪਇਆ ਤਨਖਾਹ ਆਉਂਦੀ ਹੈ। ਇਹਦਾ ਕਿਉਂ ਡਿਡਕਟ ਕੀ ਹੁੰਦੀ, ਕੱਟੀ ਕਿਉਂ ਜਾਂਦੀ ਹੈ? ਕੱਟੀ ਇਹ ਜਾਂਦੀ ਹੈ, ਇਹ ਸਾਰਾ ਸਿਸਟਮ ਆਪਸ ਦੇ ਵਿੱਚ ਰਲ ਕੇ ਖਾ ਰਿਹਾ ਜੀ। ਫਿਰ ਜੇ ਠੇਕੇਦਾਰ ਸਾਨੂੰ ਤਨਖਾਹ ਦਿੰਦਾ ਹੈ, ਪੂਰੇ ਪੰਜਾਬ ਦੀ PRTC ਦੀ ਰੋਡਵੇਜ਼ ਦੀ 2-3 ਕਰੋੜ ਰੁਪਇਆ GST ਜਾ ਰਹੀ ਹੈ। ਅੱਛਾ, ਜੇ ਮੰਨ ਲਓ ਸਾਨੂੰ ਸਰਕਾਰ ਸਿੱਧੀ ਤਨਖਾਹ ਦਿੰਦੀ ਹੈ ਤਾਂ ਜਿਹੜੀ ਕਰੋੜਾਂ ਰੁਪਏ ਦੀ GST ਹੈ ਉਹ ਨਹੀਂ ਕੱਟ ਹੋਣੀ। ਸਰਕਾਰ ਨੂੰ ਬੈਨੀਫਿਟ ਹੈ ਇਸ ਗੱਲ ਦਾ। ਅਸੀਂ ਸਰਕਾਰ ਨੂੰ ਇਹ ਪ੍ਰਪੋਜ਼ਲ ਬਣਾ ਕੇ ਵੀ ਦਿੱਤੀ ਜੀ। ਹੁਣ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਪੱਕੇ ਹੋਣ ਵਾਲੀ ਮੰਗ ਹੈ ਅਸੀਂ ਪਿੱਛੇ ਕਰ ਦਿੰਦੇ ਹਾਂ ਵੀ ਜਿਹੜਾ ਠੇਕੇਦਾਰ ਉਹਨੂੰ ਬਾਹਰ ਕੱਢ ਦਿਓ, ਸਾਨੂੰ ਜਿਹੜਾ 21,000 ਰੁਪਇਆ ਖਜ਼ਾਨੇ ਦੇ ਵਿੱਚੋਂ ਤਨਖਾਹ ਦੇ ਦਿਓ। ਅਸੀਂ ਪਨਵਸ ਦੇ ਵਿੱਚੋਂ ਤਨਖਾਹ ਨਹੀਂ ਲੈਣੀ। ਜਿਹੜੀ ਪਨਵਸ ਹੈ ਇਹਦੇ ਵਿੱਚ ਜਿਹੜੀਆਂ ਫਰੀ ਸਹੂਲਤਾਂ ਬਹੁਤ ਹੋ ਗਈਆਂ ਜੀ। ਪੁਲਿਸ ਫਰੀ, ਕੈਂਸਰ ਵਾਲੇ ਮਰੀਜ਼ ਫਰੀ, ਲੇਡੀਜ਼ ਫਰੀ, ਸਟੂਡੈਂਟ ਫਰੀ। ਅਸੀਂ ਜਿਹੜਾ ਲੇਡੀਜ਼ ਨੂੰ ਫਰੀ ਕੀਤਾ 120% ਸਹਿਮਤ ਹਾਂ। ਸਰਕਾਰ ਪਹਿਲਾਂ ਬੱਸਾਂ ਪਾਉਂਦੀ, ਫਿਰ ਲੇਡੀਜ਼ ਦਾ ਕਿਰਾਇਆ ਫਰੀ ਕਰਦੀ। ਕਈ ਰੂਟ ਇਸ ਤਰ੍ਹਾਂ ਦੇ ਹੈ, ਜਲੰਧਰ, ਪਠਾਨਕੋਟ, ਲੁਧਿਆਣਾ, ਬਠਿੰਡਾ, ਫਾਜ਼ਿਲਕਾ, ਭੋਰ ਸਾਈਡ ਚਲ ਜਾਓ, ਉੱਥੇ ਰੋਡਵੇਜ਼ ਦੀ ਬੱਸ ਨਹੀਂ ਲੱਭਦੀ। ਉੱਥੇ ਜਿਹੜਾ ਪ੍ਰਾਈਵੇਟ ਦਾ ਪੂਰਾ ਦਬਦਬਾ ਜੀ। 2407 ਬੱਸਾਂ ਰੋਡਵੇਜ਼। ਆਪਾਂ ਆਪਣੇ ਏਰੀਆ ਦੀ ਗੱਲ ਕਰੀਏ, ਇੱਥੇ ਪ੍ਰਾਈਵੇਟ ਦਾ ਦਬਦਬਾ ਹੈਗਾ? ਇੱਥੇ ਨਵਾਂ ਸ਼ਹਿਰ ਹੁਸ਼ਿਆਰਪੁਰ ਦੇਖ ਲਓ ਜੀ, ਰਾਜਧਾਨੀ ਦਾ ਪੂਰਾ ਦਬਦਬਾ ਹੈ। ਡਾਬਾਂ ਵਾਲੀ, ਫਾਜ਼ਿਲਕਾ, ਫਿਰੋਜ਼ਪੁਰ ਤੋਂ ਨੰਗਲ ਤੱਕ ਟਾਈਮ ਪੈ ਗਏ ਪ੍ਰਾਈਵੇਟਾਂ ਦੇ। ਤੇ ਬਾਕੀ ਲੁਧਿਆਣਾ ਰੂਟ ਤੇ ਚਲ ਜਾਓ, ਪੂਰੀ ਪ੍ਰਾਈਵੇਟ ਚੱਲਦੀ ਹੈ। ਨਵਾਂ ਸ਼ਹਿਰ ਹੁਸ਼ਿਆਰਪੁਰ ਦਾ ਬਿਲਕੁਲ ਪ੍ਰਾਈਵੇਟ ਹੈ ਜੀ। ਜੇ ਸਾਡਾ ਕੋਈ ਬੱਚਾ ਪੜ੍ਹਨ ਜਾਂਦਾ ਹੈ, ਹੁਸ਼ਿਆਰਪੁਰ DAV ਕਾਲਜ ਹੈ ਇੱਕ ਬੜਾ ਮਸ਼ਹੂਰ ਹੈ ਸਰਕਾਰੀ ਕਾਲਜ, ਉੱਥੇ ਸਾਡੇ ਬੱਚੇ ਪੜ੍ਹਨ ਜਾਂਦੇ, ਉਹਨਾਂ ਨੂੰ ਰੋਡਵੇਜ਼ ਦੀ ਬੱਸ ਘੰਟੇ ਬਾਅਦ ਜਦੋਂ ਆਉਂਦੀ ਹੈ। ਜੇ ਇਸ ਤਰ੍ਹਾਂ ਅੱਡਾ ਗੜ੍ਹ ਸ਼ੰਕਰ ਹੈ, ਗਾਹਾਂ ਸਤਨੌਰ,
ਸੈਲਾ, ਮਾਲਪੁਰ, ਬਾਹੋਵਾਲ, ਚੱਬੇਵਾਲ। ਜਦ ਬੱਸ ਗੜ੍ਹ ਸ਼ੰਕਰੋਂ ਸੈਲੇ ਤੋਂ ਫੁੱਲ ਭਰ ਜਾਂਦੀ ਗਾਂ, ਸਾਡੇ ਡਰਾਈਵਰ ਕਨੈਕਟਰ ਸਵਾਰੀ ਚੜਾਉਣ ਦੀ ਦਿੱਕਤ ਮੰਨਦੇ ਵੀ ਕਿਸੇ ਬੱਚੇ ਦੇ ਸੱਟ ਨਾ ਲੱਗ ਜਾਵੇ। 16 ਦੇ ਵਿੱਚ ਅਕਾਲੀ ਦਲ ਨੇ ਐਕਟ ਬਣਾਇਆ ਸੀ, ਬਰਾਬਰ ਕੰਮ ਬਰਾਬਰ ਤਨਖਾਹ ਜੀ। ਅਸੀਂ ਕਿਹਾ ਉਹ ਲਾਗੂ ਸਾਡੇ ਤੇ ਕਰ ਦਿਓ, ਪਰ ਸਰਕਾਰ ਉਹ ਐਕਟ ਵੀ ਕਿਹੜਾ ਪਿਛਲੀ ਸਰਕਾਰ ਦਾ ਲਾਗੂ ਕਰਦੀ ਨਹੀਂ। ਮੈਂ ਤੁਹਾਨੂੰ ਇੱਕ ਕਹਾਵਤ ਦੱਸਣਾ ਚਾਹੁੰਦਾ ਜੀ ਥੋੜੀ ਜੀ। ਜੇ ਚੂਹਾ ਆ ਜਾਊਗਾ ਉਹਨੂੰ ਆਪਣਾ ਜਿਹੜਾ ਖਾਣਾ ਭੁੱਲ ਜਾਂਦਾ। ਇਹ ਸਰਕਾਰਾਂ ਨੇ ਲੋਕਾਂ ਨੂੰ ਬਿੱਲੀ ਵਾਲਾ ਸਿਸਟਮ ਬਣਾਤਾ, ਆਟਾ ਦਾਲ ਸਕੀਮਾਂ ਦੇਤੀਆਂ ਵੇ ਲੋਕ ਹੈ ਜਿਹੜਾ ਬੇਰੁਜ਼ਗਾਰੀ 'ਚ ਉਹਨਾਂ ਦੇ ਪੁੱਤ ਅੰਦਰ ਪੜ੍ਹ ਕੇ MA B.Ed LLB ਕਰਕੇ ITI ਕਰਕੇ ਬੈਠੇ ਹੈ ਵੇ ਲੋਕ ਨੌਕਰੀ ਨਾ ਮੰਗਣ, ਇਹ 200 ਯੂਨਿਟ ਤੱਕ ਸੀਮਤ ਰਹਿਣ, ਆਟੇ ਦਾਲ ਤੱਕ ਸੀਮਤ ਰਹਿ ਜਾਣ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਿਹਾ ਸੀ ਦਮਦਮਾ ਸਾਹਿਬ ਵੱਲੋਂ ਵੇ ਮੈਂ ਘਰ ਘਰ ਨੌਕਰੀ ਦੇਵਾਂਗਾ, ਨਸ਼ਾ ਖਤਮ ਕਰਾਂਗਾ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਬਹੁਤ ਕੁਝ ਕਰਾਂਗਾ। ਖਤਮ ਕਰ ਦਿੱਤਾ ਉਹਨਾਂ ਨੇ ਸਾਰਾ ਕੁਝ ਜਿਹੜਾ ਸਿਸਟਮ ਹੀ ਖਤਮ ਕਰਕੇ ਰੱਖ। ਕਦੇ ਤੁਹਾਡੇ ਕੋਲ ਨੱਠ ਕੇ ਆਏ ਕਦੀ ਕਿ ਤੁਸੀਂ ਸੜਕਾਂ ਤੇ ਬੈਠੇ ਹੋ? ਕਦੇ ਵੀ ਸਾਡੇ ਕੋਲ ਇਹਨਾਂ ਨੇ ਸਾਰ ਨਹੀਂ ਲਈ। ਕੈਪਟਨ ਸਾਹਿਬ ਨੇ ਕਿਹਾ ਵੀ ਕਿਹੜੇ ਸਕੂਲ ਹੈ ਸਮਰਾਟ ਬਣਾਤੇ, ਮੈਂ 12,000 ਕੁਝ ਸਕੂਲਾਂ ਦੇ ਵਿੱਚ ਠੀਕ ਹੈ ਬਣਾਤੇ, ਰੰਗ ਕਰ ਦਿੱਤਾ, ਉਹ ਨਹੀਂ ਹੈਗਾ। ਟੀਚਰ ਪਟਿਆਲੇ ਚਲੇ ਜਾਓ, ਡਾਂਗ ਵਾਰ ਰਹੀ ਟੀਚਰਾਂ ਦੇ ਜਿਹਨੇ ਸਾਡੇ ਬੱਚੇ ਨੂੰ ਸਿੱਖਿਆ ਦੇਣੀ ਹੈ, ਉਹਨਾਂ ਦੇ ਡਾਂਗ ਪੈ ਰਹੀ ਹੈ। ਸਕੂਲ ਆਪਸੇ ਚ ਕੌਣ ਫਿਰ ਹੈ, ਤੁਹਾਨੂੰ ਕੀ ਲੱਗਦਾ ਕੌਣ ਹੈ? ਇਹ ਦੋਨੋਂ ਚੋਰ ਹੈ ਜੀ, ਦੋਨੋਂ। ਕੋਈ ਚੋਰ ਕਿਸੇ ਦੇ ਘਰੋਂ ਚੋਰੀ ਕਰਕੇ ਭੱਜ ਲਿਆ, ਪਿੰਡ ਦੇ ਲੋਕ ਮਗਰ ਭੱਜ ਲਏ। ਚਲੋ ਜੇ ਅੱਛਾ ਠੀਕ ਹੈ, ਮਗਰ ਲੋਕ ਕਰਨ ਲੱਗ ਪਿਆ ਚੋਰ, ਅਗਲੇ ਵੀ ਚੋਰ, ਪਿਛਲੇ ਵੀ ਚੋਰ। ਇਹ ਦੋਨੋਂ ਸਰਕਾਰਾਂ ਹੁਣ ਚੋਰ ਛੱਡ ਕੇ ਜੇਬ ਕਤਰੇ ਲੈ ਕੇ ਆਉਂਗੇ? ਜੇਬ ਕਤਰੇ ਵੀ ਆ ਗਏ ਜੀ। ਜੇਬ ਤੁਹਾਡੇ ਸਾਹਮਣੇ ਦੇਖ ਲਓ, ਨਵਾਂ ਸ਼ਹਿਰ ਵਿੱਚ ਕਿੰਨੀਆਂ ਵਾਰਦਾਤਾਂ ਹੋਈਆਂ। ਆ ਟੀਚਰ ਕਲੋਨੀ ਇੱਕ ਟੀਚਰ ਦਾ ਪਰਸ ਖੋਇਆ, ਅਸੀਂ ਤੁਹਾਡੇ ਚੈਨਲ ਤੇ ਦੇਖਿਆ। ਵਾਪਸ ਮਿਲ ਗਿਆ ਜੀ, ਉਹ ਵਾਪਸ ਮਿਲ ਗਿਆ, ਕੱਲ ਮਿਲ ਗਿਆ ਜੀ। ਇੱਕ ਮੋਟਰਸਾਈਕਲ ਵੀ ਮਿਲ ਗਿਆ। ਹਾਂਜੀ ਤਾਂ ਨਹੀਂ ਮਿਲਿਆ, ਚਲੋ ਇਹਨਾਂ ਦਾ ਵੀ ਮਿਲਣਾ ਚਾਹੀਦਾ। ਕਿੰਨੀਆਂ ਵਾਰਦਾਤਾਂ ਹੋ ਗਈਆਂ, ਲੋਕ ਪੜ੍ਹ ਲਿਖ ਕੇ ਇਹ ਜਿਹੜੇ ਪੁੱਠੇ ਰਾਹ। ਮੈਂ ਉਹ ਗੱਲ ਨਹੀਂ ਕਰ ਰਿਹਾ, ਮੈਂ ਕੁਰਸੀ ਦੀ ਗੱਲ ਕਰ ਰਿਹਾ। ਕੁਰਸੀ ਤੇ ਤੁਸੀਂ ਕਹਿੰਦੇ ਪਹਿਲਾਂ ਵੀ ਚੋਰ ਹੁਣ ਵੀ ਚੋਰ, ਹੁਣ ਉਹ ਤੋਂ 2022 ਚ ਕੀ ਜੇਬ ਕਤਰੇ ਆਉਣਗੇ? ਜੇਬ ਕਤਰਿਆਂ ਤੋਂ ਵੀ ਮਾੜੇ ਆਣਗੇ ਜੀ, ਸਿੱਧਾ ਡਾਕਾ ਮਾਰਨਗੇ ਅਗਲੇ ਦਾ, ਸ਼ੋਰਾ ਮਾਰ ਕੇ। ਇਹ ਇਦਾਂ ਦੇ ਜਿਹੜੀ ਸਰਕਾਰ ਨੇ ਲੋਕਾਂ ਦੀ ਸੋਚ ਕਰਤੀ। ਇੱਕ ਪਟਵਾਰੀ ਦਾ ਪੇਪਰ ਪਿਆ, ਲੱਖਾਂ ਹੀ ਬੰਦੇ ਨੇ ਟੈਸਟ ਦਿੱਤਾ ਜੀ, ਲੋਕਾਂ ਨੂੰ ਬੱਸਾਂ ਨਹੀਂ ਮਿਲੀਆਂ ਜਾਣ ਨੂੰ। ਲੋਕ ਬੱਸ ਪਟਿਆਲੇ, ਤੁਸੀਂ ਅੱਡੇ ਦੇ ਵਿੱਚ ਮੇਰੇ ਕੋਲ ਮੂਵੀ ਹੈ ਚੰਡੀਗੜ੍ਹ ਦੀ ਲਵਲੀ ਦੀ, ਦੇਖ ਲਓ 1100 ਪੋਸਟ ਦੀ, ਲੱਖਾਂ ਹੀ ਬੰਦੇ ਨੇ ਪੇਪਰ ਪਾਇਆ। ਐਡੀ ਬੇਰੁਜ਼ਗਾਰੀ ਹੋ ਗਈ, ਅਸੀਂ ਆਪਣੇ ਬੱਚੇ ਕਿੰਨੇ ਕੁ ਬਾਹਰ ਭੇਜ ਲਵਾਂਗੇ? ਬੇਰੁਜ਼ਗਾਰੀ ਨੂੰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਨਵੇਂ ਸ਼ਹਿਰ ਦੇ ਪਟਵਾਰੀ ਤੇ ਬਾਰ-ਬਾਰ ਧਰਨਾ ਲਾ ਕੇ ਬੈਠੇ, ਅਸਾਮੀਆਂ ਭਰੋ। ਫਿਰ ਇਹ ਅਸਾਮੀਆਂ ਭਰਦੇ ਕਿਉਂ ਨਹੀਂ? ਸਾਮੀਆਂ ਇਹਨਾਂ ਨੇ ਭਰਨੀਆਂ ਨਹੀਂ ਜੀ, ਇਹ ਸਾਰਾ ਕੁਝ ਜਿਹੜਾ ਪ੍ਰਾਈਵੇਟ ਕਰਨਾ ਚਾਹੁੰਦੇ। ਇਹ ਤਾਂ ਨਹੀਂ ਹੈ ਕਿ ਕੋਈ ਗਰੀਬ ਲੱਭਦਾ ਹੀ ਨਹੀਂ ਪਿਆ, ਜਿੱਦਾਂ ਇਹਨਾਂ ਨੇ ਪਿਛਲੇ ਥੋੜੇ ਦਿਨ ਪਹਿਲਾਂ ਕੈਪਟਨ ਸਾਹਿਬ ਨੇ ਬਹੁਤ ਮਿਹਨਤ ਕਰਕੇ 2 ਗਰੀਬ ਲੱਭੇ ਸੀ, ਤਾਂ ਗਰੀਬ ਲੱਭਦੇ ਪਏ ਕੋਈ ਹੋਰ? ਇਦਾਂ ਇਹਨਾਂ ਦੇ ਗਰੀਬ ਨਹੀਂ ਨਾ ਲੱਭਦੇ। ਉਹ ਪਹਿਲਾਂ ਬਿਆਨ ਸਿੰਘ ਦਾ ਪੋਤਾ ਗਰੀਬ ਲੱਭ ਗਿਆ, ਉਹ ਬਾਜਵੇ ਵਾਲਾ ਲੱਭ ਗਿਆ, ਉਹ ਗਰੀਬਾਂ ਨੂੰ ਇਹਨਾਂ ਨੇ ਨੌਕਰੀ ਜ਼ਰੂਰ ਦਿੱਤੀ ਹੈ। ਗਰੀਬ ਹਲੇ ਲੱਭੇ ਨਹੀਂ, ਕਰੋੜਾਂ ਵਾਲੇ ਗਰੀਬ ਨਹੀਂ, ਕਰੋੜਾਂ ਵਾਲੇ ਗਰੀਬ ਨਹੀਂ। ਹੁਣ ਇਹਨਾਂ ਨੇ ਲੱਭ ਲੂੰਗੇ, ਚਲੋ ਮੁੜ ਕੇ ਸਰਕਾਰ ਬਣਾ ਕੇ ਫਿਰ 2-4 ਗਰੀਬ ਲੱਭ ਲੂੰਗੇ। ਪਰ ਅਸੀਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਾਂ, 11,000 ਰੁਪਏ ਨਾਲ ਜਿਹੜਾ ਘਰ ਚਲਾਉਣਾ ਬਹੁਤ ਔਖਾ ਜੀ। ਅਸੀਂ ਟਾਈਮ ਬੱਸ ਦਾ ਚੱਕਣਾ ਹੋਵੇ 100 ਰੁਪਏ ਦਾ ਪੈਟਰੋਲ ਪਵਾਉਂਦੇ, 102 ਰੁਪਏ ਲੀਟਰ ਪੈਟਰੋਲ ਹੈ, ਉਹ ਪਵਾ ਕੇ 5 ਵਜੇ ਦਾ ਟਾਈਮ ਚੱਕਦੇ ਆ, ਜਿਹੜਾ ਤਾਂ ਸਰਵਰ ਨੂੰ ਆਪਾਂ ਚਾਲੂ ਕਰਦੇ ਆ। ਅਸੀਂ ਕੈਪਟਨ ਤੋਂ ਕੋਈ ਮੰਗ ਨਹੀਂ ਕਰਦੇ ਵੀ ਸਾਨੂੰ ਆਪਣੇ ਹੈਲੀਕਾਪਟਰ 'ਤੇ ਡਰਾਈਵਰ ਰੱਖ ਲਵੇ, ਮੋਦੀ ਸਾਨੂੰ ਕਨੈਕਟਰ ਰੱਖ ਲਵੇ। ਅਸੀਂ ਤਾਂ ਇੱਕ ਜਾਇਜ਼ ਮੰਗ ਹੱਥ ਜੋੜ ਕੇ ਕਰਦੇ ਆ ਵੀ ਜਿੰਨਾ ਅਸੀਂ ਕੰਮ ਕਰਦੇ ਸਾਨੂੰ ਉਹਨਾਂ ਦੇ ਦਿਓ। ਇੱਕ ਗੱਲ ਹੋਰ ਸਪਸ਼ਟ ਕਰਿਓ, ਜਦੋਂ ਤੁਸੀਂ ਜਿਵੇਂ ਕਿ ਗੱਡੀ ਸਟਾਰਟ ਕਰਦੇ ਆ, ਗੱਡੀ ਤੁਹਾਡਾ ਆਪਣਾ ਪਰਸਨਲ ਵੀ ਖਰਚਾ ਹੁੰਦਾ? ਕਦੇ ਪਰਸਨਲ ਖਰਚਾ ਸਾਡਾ ਜੀ ਇੰਨਾ ਕੁ ਪਰਸਨਲ ਖਰਚਾ ਹੁੰਦਾ। ਕਈ ਵਾਰ ਕੋਈ ਛੋਟੇ-ਮੋਟੇ ਖਰਚੇ ਨਾ, ਕਈ ਵਾਰ ਸਾਨੂੰ ਗਰੀਸ ਵੀ ਕੋਲੋਂ ਕਰਾਣੀ ਪੈਂਦੀ, ਕੋਈ ਨਟ ਕਸਾਣਾ ਪੈਂਦਾ। ਜਦੋਂ ਬਿੱਲ ਦਿੰਨੇ ਆ ਫਿਰ ਤੁਸੀਂ ਆਪਣੇ ਆਧਾਰੀ ਨੂੰ, ਤੁਹਾਨੂੰ ਪੈਸੇ ਵਾਪਸ ਹੁੰਦੇ ਕਿ ਨਹੀਂ? ਨਹੀਂ, ਪੈਸੇ ਨਹੀਂ ਸਾਨੂੰ ਆਉਂਦੇ ਜੀ। ਮਾੜਾ ਮੋਟਾ ਜਿਹੜਾ ਖਰਚਾ ਸਾਡੇ ਬੰਦੇ ਆਪਣਾ ਰੋਜੀ ਰੋਟੀ ਸਮਝ ਕੇ ਚਲਾਈ ਜਾਂਦੇ ਐ। ਤੇ ਬਾਕੀ ਸਰਕਾਰੀ ਅਦਾਰੇ ਫੇਲ ਕਰਨ ਪਰ ਤੁਲੀ ਹੋ ਗਈ। ਅੱਜ ਦੇ ਯੁੱਗ ਦੇ ਵਿੱਚ ਮਹਿੰਗਾਈ ਦੇ ਵਿੱਚ ਜਿਹੜੇ ਘਰ ਚਲਾਣੇ ਸਾਡੇ ਬਹੁਤ ਔਖੇ। ਕਿਸਾਨੀ ਤੋਂ ਬਾਅਦ ਲੱਗਦਾ ਹਰ ਅਦਾਰੇ 'ਚ ਜਿਹੜਾ ਸੰਘਰਸ਼ ਕਰਨਾ ਪੈਣਾ, ਹਰ ਬੰਦੇ ਨੂੰ ਆਪਣਾ ਹੱਕ ਲੈਣ ਲਈ। ਜੇ ਬੱਚਾ ਭੁੱਖਾ ਹੋਵੇ ਉਹ ਵੀ ਰੋਂਦਾ ਹੈ ਆਪਣੀ ਮਾਂ ਦੇ ਦੁੱਧ ਪੀਣੋਂ ਜੀ। ਅਸੀਂ ਤਾਂ 12-13 ਸਾਲ ਦੇ ਰੋਂਦੇ ਆ। ਸਰਕਾਰ ਤੋਂ ਜਾਇਜ਼ ਮੰਗ ਕਰਦੇ ਆ ਹੱਥ ਜੋੜ ਕੇ ਵੀ ਜਿੰਨਾ ਅਸੀਂ ਕੰਮ ਕਰਦੇ ਆ, ਰੈਗੂਲਰ ਬੰਦੇ ਜੇ 60,000 ਲੈਂਦੇ ਸਾਨੂੰ 30,000 ਰੁਪਇਆ ਦੇ ਦਿਓ। ਅਸੀਂ 60 ਨਹੀਂ ਮੰਗਦੇ, ਅਸੀਂ ਮੰਗਦੇ 30,000 ਰੁਪਇਆ ਦੇ ਦਿਓ, ਸਾਡਾ ਗੁਜ਼ਾਰਾ ਘਰ ਦਾ ਹੋ ਜਾਵੇ। ਬਹੁਤ ਮਾੜੀ ਸਾਡੀ ਘਰ ਦੀ ਪੋਜੀਸ਼ਨ ਹੋ ਗਈ ਜੀ, ਅਸੀਂ ਕੋਈ ਬੜੀ ਮੰਗ ਨਹੀਂ ਮੰਨਦੇ। ਹੋਰ ਜਿਹੜੇ ਇੱਥੇ ਬਾਈ ਨੇ ਇਹਨਾਂ ਤੋਂ ਵੀ ਇੱਕ ਵਾਰੀ ਪੁੱਛ ਲੈਣੇ ਕੀ ਕਹਿਣਾ ਚਾਹੁੰਦੇ ਹੋ ਜੀ? ਜੀ ਬਾਈ ਸਰ ਅਸੀਂ ਤਾਂ ਇਹ ਕਹਿੰਦੇ ਵੀ ਸਰਕਾਰ ਸਾਨੂੰ ਰੈਗੂਲਰ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੇ।
ਹਾਂਜੀ ਸਰ ਤੁਸੀਂ ਕੀ ਅਸੀਂ ਤਾਂ ਸਰਕਾਰ ਦੇ ਕੋਲੋਂ ਇਹੀ ਮੰਗ ਕਰਦੇ ਹਾਂ, ਜਿਹੜਾ ਸਾਡਾ ਸੰਘਰਸ਼ ਆ ਇਹ ਤੇਜ਼ ਤੇ ਹੋਰ ਤਿੱਖਾ ਕੀਤਾ ਜਾਊਗਾ। ਤੇ ਅਸੀਂ ਸਰਕਾਰ ਕੋਲੋਂ ਮੰਗ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਆ, ਤੇ ਇਹਦਾ ਸੰਘਰਸ਼ ਆ ਜਿਹੜਾ ਇਹਨੂੰ ਤਿੱਖਾ ਕੀਤਾ ਜਾਊਗਾ। ਥੈਂਕ ਯੂ। ਤੇ ਸਾਡੀ ਤਾਂ ਇਹ ਮੰਗ ਆ ਸਰ ਵੀ ਜਿਹੜਾ ਸਾਡਾ ਬਣਦਾ ਹੱਕ ਹੈ ਉਹ ਸਾਨੂੰ ਦਿੱਤਾ ਜਾਵੇ, ਤੇ ਜਿਹੜਾ ਸਾਡਾ ਘਰ ਦਾ ਗੁਜ਼ਾਰਾ ਜੋ ਇਸ ਵੇਲੇ ਚਲਾਉਣਾ ਔਖਾ ਹੋਇਆ, ਤੇ ਜੋ ਅੱਜ ਤੁਸੀਂ ਦੇਖ ਲਓ ਵੀ ਮਹਿੰਗਾਈ ਕਿਹੜੇ ਦੌਰ 'ਚ ਚੱਲ ਰਹੀ ਹੈ, ਤੇ ਕੋਈ ਵੀ ਚੀਜ਼ ਲੈਣ ਦੀ ਨਹੀਂ ਰਹੀ ਹੈਗੀ, ਤੇ ਸਾਡੀ 10-11 ਹਜ਼ਾਰ ਨਾਲ ਕਿਹਦਾ ਘਰ ਚੱਲਦਾ? ਕਿਸੇ ਦਾ ਵੀ ਨਹੀਂ ਚੱਲਦਾ। ਤੁਹਾਡੀ ਉਮਰ ਕਿੰਨੀ ਹੈ ਜੀ? ਮੇਰੀ ਸਰ ਉਮਰ 28 ਸਾਲ ਹੈ। 28 ਸਾਲ ਹੈ। ਵਿਆਹ ਹੋ ਚੁੱਕਾ ਜੀ? ਨਹੀਂ ਸਰ ਹਲੇ। ਹੋਊਗਾ ਕਿਵੇਂ, ਕਿਉਂਕਿ ਤਨਖਾਹ ਹੀ ਬਹੁਤ ਘੱਟ ਹੈ। ਮੈਨੂੰ ਤਾਂ ਐਂ ਲੱਗਦਾ ਕਿ ਹੋਣਾ ਹੀ ਨਹੀਂ ਹੈਗਾ। ਹਾਂ ਨਹੀਂ ਸਹੀ ਗੱਲ ਆ। ਪੁਰਾਣੇ ਜ਼ਮਾਨੇ ਸੀਗਾ ਕਿ ਮੁੰਡਾ ਸਰਕਾਰੀ ਨੌਕਰੀ, ਤੇ ਹੁਣ ਕਹੋਗੇ ਜੀ ਸਰਕਾਰੀ ਨੌਕਰੀ ਕਰ ਦੋ, ਫਿਰ ਪੁੱਛਦੇ ਆ ਠੇਕੇ ਦੇ ਆ ਕਿ ਕਿਵੇਂ ਪੱਕਾ ਹੋ ਗਿਆ। ਇੱਕ ਗੱਲ ਦੱਸਦਾ, ਤੇ ਵਿਆਹ ਦੀ ਗੱਲ ਜਿਹੜੀ ਇਹ ਆ ਕਿ ਜੇ ਸਾਡਾ ਹੀ ਫਿਊਚਰ ਸੇਫ ਨਹੀਂ ਹੈਗਾ, ਜਿਹੜਾ ਕੋਈ ਅੱਗੇ ਅਸੀਂ ਜਿਹਨੂੰ ਲੈ ਕੇ ਆਣਾ ਨਾਲ ਉਹਨੂੰ ਅਸੀਂ ਕੀ ਖਵਾਵਾਂਗੇ? ਮੰਨ ਲਓ ਅਸੀਂ ਇੱਥੋਂ ਸਾਡੀ ਰਿਪੋਰਟ ਹੋ ਗਈ ਜਾਂ ਸਸਪੈਂਡ ਹੋ ਗਏ, ਸਾਨੂੰ 5-10 ਰੁਪਏ ਦੀ ਚੋਰੀ ਜਾਂ ਅਸੀਂ ਕੀਤੀ ਵੀ ਨਹੀਂ ਹੋਊਗੀ, ਜੇ ਸਾਡੀ ਕਿਤੇ ਗਲਤੀ ਕੋਈ ਮਿਸਿੰਗ ਰਹਿ ਗਈ ਉਹਦੇ ਕਰਕੇ ਵੀ ਸਾਨੂੰ ਫਰਕ ਕਰ ਦਿੱਤਾ ਜਾਂਦਾ, ਮੌਕਾ ਨਹੀਂ ਮਿਲਦਾ। ਹਾਂ, ਜਿਹੜਾ ਕਾਲਾ ਕਾਨੂੰਨ ਕੱਲਾ ਕਿਸਾਨਾਂ ਤੇ ਨਹੀਂ ਲਾਗੂ, ਇਹ ਸਾਡੇ ਤੇ ਵੀ ਬਹੁਤ ਤਕੜਾ ਲਾਗੂ ਆ, ਜਿਹੜਾ ਕਿ ਅਸੀਂ ਮਤਲਬ ਉਹਨੂੰ ਕਿਸ ਤਰ੍ਹਾਂ ਮੋੜਾਂਗੇ? ਤੇ ਸਾਨੂੰ ਸਸਪੈਂਡ ਕਰਕੇ ਘਰ ਭੇਜ ਦਿੱਤਾ ਜਾਂਦਾ, ਫਿਰ ਸਾਡਾ ਮਤਲਬ ਕੋਈ ਫਿਊਚਰ ਨਹੀਂ ਹੈਗਾ। ਤੁਹਾਡੀ ਪੜ੍ਹਾਈ ਲਿਖਾਈ ਕਿੰਨੀ ਹੈ? ਪੜ੍ਹਾਈ ਸਰ ਮੈਂ ਗ੍ਰੈਜੂਏਸ਼ਨ ਕੀਤੀ ਹੈ। ਉਹੀ ਦੇਖੋ ਨਾ ਗੱਲ, ਹੁਣ ਜਿਵੇਂ ਇਹਨਾਂ ਨੇ ਪਹਿਲਾਂ ਕਿਹਾ ਕਿ ਸਾਨੂੰ ਰੋਜ਼ਗਾਰ ਦਿਓ, ਇਹਨਾਂ ਨੂੰ ਹੁਣ ਕਿਤੇ ਸਿਟਿੰਗ ਜੌਬ ਤੇ ਰੱਖੋ। ਦੇਖਣ ਦੇ ਵਿਚਾਰ ਕਿੰਨੇ ਅੱਛੇ ਆ। ਇਹੋ ਜਿਹੀ ਨੌਜਵਾਨੀ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਕਿ ਤਾਂ ਜੋ ਇਹ ਆਪਣੇ ਵਿਚਾਰ ਰੱਖ ਕੇ ਬਾਕੀਆਂ ਨੂੰ ਵੀ ਸੇਧ ਦੇ ਸਕਣ ਪਾਲਿਸੀ ਮੇਕਿੰਗ ਲਈ। ਲੇਕਿਨ ਪਾਲਿਸੀ ਮੇਕਿੰਗ ਉਹ ਕਰਦੇ ਆ ਜਿਨ੍ਹਾਂ ਦੇ ਦਾਦੇ ਪੜਦਾਦੇ ਵੀ ਉਹੀ ਕੰਮ ਕਰਦੇ ਸੀ, ਪਰ ਉਹਨਾਂ ਨੇ ਪਾਲਿਸੀ ਬਣਾਈ ਇਹ ਕਿ ਮੇਰਾ ਪੋਤਾ ਮੋਰੇ ਕਿਵੇਂ ਕੁਰਸੀ ਦੇ ਅੱਗੇ ਬੈਠੂਗਾ। ਸਰ ਜਿਹੜਾ ਨਾ ਬਰਾਬਰ ਕੰਮ ਬਰਾਬਰ ਤਨਖਾਹ, ਇਹ ਇਕੱਲਾ ਸੁਪਰੀਮ ਕੋਰਟ ਦੇ ਸੰਵਿਧਾਨ ਦੇ ਵਿੱਚ ਵੀ ਲਿਖਿਆ ਗਿਆ। ਇਹ ਸਾਡਾ ਮੌਲਿਕ ਅਧਿਕਾਰ ਹੈ, ਸਾਨੂੰ ਅਧਿਕਾਰ ਹੀ ਨਹੀਂ ਸਾਡੇ ਦਿੱਤੇ ਜਾਂਦੇ, ਤੇ ਅਸੀਂ ਕਿੱਦਾਂ ਦੇਸ਼ ਦੇ ਵਿੱਚ ਜੀਵਾਂਗੇ? ਜਿਹੜਾ ਸਾਡਾ ਅਧਿਕਾਰ ਸਾਨੂੰ ਮਿਲਦਾ ਨਹੀਂ, ਅਸੀਂ ਕਿੱਦਾਂ ਉੱਥੇ ਕੋਈ ਕੰਮ ਕਰਨ ਨੂੰ ਕਿੱਦਾਂ ਕਰ ਲੂਗਾ? ਮੈਂ ਦੱਸ। ਤੇ ਜਿਹੜੀ ਸਾਡੀ ਅੱਜ ਜੋ ਸਾਡੀ ਨਿੱਘਰ ਦੀ ਅਵਸਥਾ ਆ, ਇਹ ਸਾਰੀ ਸਰਕਾਰ ਜ਼ਿੰਮੇਵਾਰ ਇਹਦੇ ਲਈ, ਤੇ ਜੋ ਸਾਨੂੰ ਸਾਡਾ ਹੱਕ ਨਹੀਂ ਮਿਲਦਾ, ਤੇ ਇਹਦੇ ਲਈ ਅਸੀਂ ਤਾਂ ਬਾਰ-ਬਾਰ ਦੇਖੋ ਅਸੀਂ ਸੰਘਰਸ਼ ਵੀ ਕਰ ਰਹੇ, ਬੜੇ ਸ਼ਾਂਤਮਈ ਤਰੀਕੇ ਨਾਲ ਬੈਠ ਰਹੇ, ਕੋਈ ਹੁੱਲੜਬਾਜ਼ੀ ਨਹੀਂ। ਅਸੀਂ ਬਾਰ-ਬਾਰ ਇਹਨਾਂ ਨੂੰ ਨੋਟਿਸ ਦਿੱਤੇ ਆਪਣੇ, ਕੋਈ ਅੱਜ ਤੇ ਨਹੀਂ, ਤੁਹਾਨੂੰ ਵੀ ਪਤਾ ਵੀ ਅਸੀਂ 6 ਮਹੀਨੇ ਤੋਂ ਬਾਰ-ਬਾਰ ਤਕਰੀਬਨ ਤਾਂ ਅਸੀਂ 14 ਸਾਲ ਤੋਂ ਇਹਨਾਂ ਨੂੰ ਨੋਟਿਸ ਦਿੰਦੇ ਆਉਂਦੇ ਆ। ਕੋਈ ਸਾਡਾ ਦਿਲ ਨਹੀਂ ਕਰਦਾ ਹੜਤਾਲ ਕਰਨ ਨੂੰ, ਜਾਂ ਅਸੀਂ ਕਿਸੇ ਦਾ ਦਿਲ ਦਿਖਾਈਏ, ਜਾਂ ਅਸੀਂ ਕਿਸੇ ਲਈ ਹੋਰ ਨੂੰ ਕਿਸੇ ਵੀ ਵੀਰ ਨੂੰ ਤੰਗ ਭੈਣ ਕਰੀਏ, ਜਾਂ ਸਾਡਾ ਕੋਈ ਇਹ ਜਿਹੜਾ ਲੋਕਾਂ ਨੂੰ ਵੀ ਤੰਗ ਕਰਕਾਉਂਦੀ ਹੈ ਸਰਕਾਰ ਦੀ ਉਹ ਪਾਲਿਸੀ ਆ। ਸਰਕਾਰ ਹੀ ਉਹੀ ਸਵਾਲ ਸੈਕਟਰੀ ਸਾਹਿਬ ਤੋਂ ਲੈਣਾ ਚਾਹੁੰਦਾ। ਹੁਣ ਲੋਕ ਪਰੇਸ਼ਾਨ ਜਿਹੜੇ ਹੋ ਰਹੇ ਨੇ, ਜਿਹੜੇ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ, ਸਾਨੂੰ ਕੋਈ ਸ਼ੌਂਕ ਨਹੀਂ ਹੈਗਾ, ਉਹ ਵੀ ਸਾਡੀਆਂ ਮਾਵਾਂ ਹੈ, ਭੈਣਾਂ ਹੈ। ਜੇ ਸਰਕਾਰ ਸਾਡਾ ਹੱਲ ਕਰਦੀ ਹੈ, ਕੋਈ ਵੀ ਅਫਸਰ ਆ ਕੇ ਮਜਬੂਰੀ ਵਸ਼ ਉਹਨਾਂ ਨੂੰ ਪ੍ਰਾਈਵੇਟ ਬੱਸਾਂ 'ਚ ਜਾਣਾ ਪਏਗਾ ਨਾ। ਪ੍ਰਾਈਵੇਟ ਬੱਸਾਂ 'ਚ ਉਹਨਾਂ ਨੂੰ ਕਿਰਾਇਆ ਲੈ ਕੇ ਜਾਣਾ। ਜੇ ਸਰਕਾਰ ਨੇ ਉਹਨਾਂ ਨੂੰ ਸਹੂਲਤ ਦਿੱਤੀ ਹੈ, ਸਰਕਾਰ ਸਾਡਾ ਹੱਲ ਕਰੇ। ਅਸੀਂ ਸਰਕਾਰ ਸਾਡੀ ਜਾਇਜ਼ ਮੰਗ ਕਰੇ। ਜੇ ਸਾਡੇ ਰੈਗੂਲਰ 70,000 60,000 ਲੈਂਦੇ ਹੈ, ਅਸੀਂ ਉਹਨਾਂ ਦਾ ਨਹੀਂ ਕਹਿੰਦੇ ਘਟਾ ਦਿਓ, ਅਸੀਂ ਕਹਿੰਦੇ ਸਾਨੂੰ 25-30,000 ਦੇ ਦਿਓ। ਅਸੀਂ ਤਾਂ ਹੁਣ ਹੜਤਾਲ ਚੱਕਦੇ ਹਾਂ, ਸੇਵਾ ਕਰਨਾ ਚਾਹੁੰਦੇ ਲੋਕਾਂ ਦੀ ਜੀ। ਔਰ ਮੰਗ ਵੀ ਜਾਇਜ਼ ਹੈ ਕਿਉਂਕਿ ਇਹਨਾਂ ਨੇ ਵੀ ਆਪਣਾ ਪਰਿਵਾਰ ਪਾਲਣਾ ਜੀ। ਬਾਈ ਜੀ ਇੱਥੇ ਲੰਬੇ ਸਮੇਂ ਤੋਂ ਖੜੇ, ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਵੀ ਸਾਨੂੰ ਰੈਗੂਲਰ ਕਰੇ। ਅੱਜ ਸਾਡੀ ਇਹ ਹਾਲਤ ਹੋ ਗਈ ਕਿ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰ ਹੀ ਨਹੀਂ ਸਕਦੇ, ਸਾਬਣ ਤੇਲ ਹੀ ਵੀ ਨਹੀਂ ਲਿਆ ਸਕਦੇ। ਸਰਕਾਰਾਂ ਨੇ ਇੰਨਾ ਸਾਡਾ ਮੈਨੂੰ ਪਤਾ ਸਾਬਣ ਤੇਲ ਤੇ ਵੀ ਟੈਕਸ ਦੇ ਰਹੇ ਹੋ ਤੁਸੀਂ? ਟੈਕਸ ਦੇ ਰਹੇ ਹਾਂ ਅਸੀਂ। ਟੈਕਸ ਤਾਂ ਇੱਕ ਚਾਹ ਦੇ ਕੱਪ ਤੇ ਵੀ ਦੇ ਰਹੇ ਹਾਂ, ਸਵੇਰੇ ਉੱਠ ਕੇ ਚਾਹ ਦਾ ਕੱਪ ਬਸ ਇੱਕ ਹਵਾ ਰਹਿ ਗਈ, ਹਵਾ ਬਚ ਗਈ ਬਸ, ਇਹ ਤੇ ਟੈਕਸ ਨਹੀਂ ਲੱਗਾ। ਸਾਬਣ ਤੇਲ ਦਾ ਟੈਕਸ ਬੜੀ ਵੱਡੀ ਚੀਜ਼ ਹੈ। ਤੁਸੀਂ ਉੱਥੇ ਬਾਥਰੂਮ ਦੇ ਵਿੱਚ ਕਿਸੇ ਔਰਤ ਨੇ ਵਾਸ਼ਰੂਮ ਜਾਣਾ ਤੇ 5 ਰੁਪਏ ਤੋਂ ਦਿੱਤੇ ਬਿਨਾਂ ਬਾਹਰ ਨਹੀਂ ਜਾ ਸਕਦੀ, ਤੇ ਜੇ ਸਾਨੂੰ ਬਾਥਰੂਮ ਤੇ ਟਾਇਲਟ ਹੀ ਟੈਕਸ ਦੇਣਾ ਪੈਂਦਾ, ਹੋਰ ਸਾਡੇ ਲਈ ਹੋਰ ਅਸੀਂ ਇਹਦੇ ਲਈ ਕੀ ਸੰਘਰਸ਼ ਕਰਾਂਗੇ? ਮਤਲਬ ਹੋਰ ਸਾਡੀ ਕਿੰਨੀ ਬੇਇੱਜ਼ਤੀ ਕਰੂਗੀ ਸਰਕਾਰ? ਮੈਂ ਉਹੀ ਕਹਿ ਰਿਹਾ ਕਿ ਬਸ ਹਵਾ ਹੀ ਰਹਿ ਗਈ ਜੀ, ਬਾਕੀ ਗੱਲ ਤਾਂ ਉਹੀ ਆ। ਹਰੇਕ ਚੀਜ਼ ਤੇ ਅਸੀਂ ਟੈਕਸ ਦੇ ਰਹੇ ਹਾਂ, ਤੇ ਮਤਲਬ ਸਾਡੀ ਕਿੰਨੀ ਮਤਲਬ ਅਵਸਥਾ ਜਿਹੜੀ ਮਾੜੀ ਹੋ ਗਈ ਆ। ਸਰਕਾਰ ਦੀ ਕਿੱਦਾਂ ਦੀ ਪਾਲਿਸੀ ਆ, ਅਸੀਂ ਇਹਨਾਂ ਨੂੰ ਬਣਾਇਆ ਤੇ ਅਸੀਂ ਇਹਨਾਂ ਨੂੰ ਬਣਾਇਆ ਤੇ ਅਸੀਂ ਉਹ ਮਤਲਬ ਮੰਗ ਰਹੇ ਇਹਨਾਂ ਤੋਂ। ਤੁਸੀਂ ਅੱਡੇ ਦੇ ਵਿੱਚ ਆਓ ਤੇ ਤੁਹਾਨੂੰ 20 ਰੁਪਏ ਮੋਟਰਸਾਈਕਲ ਖੜਾ ਕਰਨ ਦੀ ਪਰਚੀ ਲੱਗਣੀ। ਇਹ ਜਨਤਾ ਦੀ ਪ੍ਰਾਪਰਟੀ ਆ। ਸਰਕਾਰੀ ਹਸਪਤਾਲ ਚਲੇ ਜਾਓ ਤੁਸੀਂ, ਪਹਿਲਾਂ ਉਹ 10 ਰੁਪਏ ਪਰਚੀ ਲੈਂਦੇ, ਮਰੀਜ਼ ਮਰਦਾ ਹੁੰਦਾ ਹੈ। ਇਹਦੇ ਬਾਰੇ ਕੀ ਹੋ ਸਕਦਾ ਜੀ? ਇਹਨਾਂ ਸਰਕਾਰਾਂ ਦੇ ਅਸੀਂ ਕੀ ਪਾਲ ਸਕਦੇ? ਬਹੁਤ ਦਿਖਾਂਤ ਹੈ ਜੀ। ਚਲੋ, ਪਰ ਸਰਕਾਰਾਂ ਨੇ ਤਾਂ ਫਿਰ ਉਹੀ ਕਹਿਣਾ, ਉਹੀ ਧੁੱਪ ਉਹੀ ਛਾਂ, ਚੱਲ ਮੇਰੀ ਬੱਕਰੀ ਕੱਲ੍ਹ ਵਾਲੀ ਥਾਂ। ਤੇ ਇਹ ਤਾਂ ਇਹਨਾਂ ਲਈ ਤਾਂ ਰੋਜ਼ਾਨਾ ਵਾਲੀਆਂ ਗੱਲਾਂ ਨੇ, ਪਰ ਇਹ ਜਿਹੜੇ ਇੱਥੇ ਵੀਰ ਬੈਠੇ ਨੇ ਇਹਨਾਂ ਦੇ ਪਰਿਵਾਰ ਦੀ ਗੱਲ ਹੈ। ਸਰਕਾਰ ਲਈ ਇਹ ਆਮ ਗੱਲ ਹੈ। ਜਿਹੜੇ ਇਹਨਾਂ ਦੇ ਦਰਦ ਹੈ, ਇਹਨਾਂ ਦਾ ਦੁਖਾਂਤ ਹੈ, ਉਹ ਸੁਣਨਾ ਬਹੁਤ ਜ਼ਰੂਰੀ ਹੈ। ਝੰਡੇ ਉੱਪਰ ਪੰਜਾਬ ਸਰਕਾਰ ਮੁਰਦਾਬਾਦ, ਇਹਨਾਂ ਦੇ ਮਨ ਦਾ ਰੋਸ ਸੁਣ ਸਕਦੇ ਤੁਸੀਂ। ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ, ਖਜ਼ਾਨਾ ਮੰਤਰੀ ਮੁਰਦਾਬਾਦ। ਸਾਥੀਓ ਬਾਹਾਂ ਉੱਪਰ ਕਰ ਲਓ, ਕੀ ਗੱਲ ਥੱਕ ਗਏ ਹੋ? ਠੇਕੇਦਾਰੀ ਸਿਸਟਮ ਬੰਦ ਕਰੋ, ਠੇਕੇਦਾਰੀ ਸਿਸਟਮ ਬੰਦ ਕਰੋ, ਠੇਕੇਦਾਰ ਨੂੰ
ਠੇਕੇਦਾਰ ਨੂੰ ਪੰਜਾਬ ਸਰਕਾਰ ਮੁਰਦਾਬਾਦ। ਪੀਪਾ ਖਜ਼ਾਨਾ ਮੰਤਰੀ ਮੁਰਦਾਬਾਦ। ਮਨਪ੍ਰੀਤ ਬਾਦਲ ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ। ਠੇਕੇਦਾਰੀ ਸਿਸਟਮ ਬੰਦ ਕਰੋ। ਪੱਕੀ ਭਰਤੀ ਦਾ ਬੰਦ ਕਰੋ। ਪੱਕੀ ਭਰਤੀ ਦਾ ਬੰਦ ਕਰੋ। ਠੇਕੇਦਾਰੀ ਸਿਸਟਮ ਬੰਦ ਕਰੋ। ਪੱਕੀ ਭਰਤੀ ਦਾ ਬੰਦ ਕਰੋ। ਪੰਜਾਬ ਸਰਕਾਰ ਮੁਰਦਾਬਾਦ। ਕਿੰਨਾ ਚੰਗਾ ਹੁੰਦਾ ਜੇ ਸਰਕਾਰ ਇਹਨਾਂ ਦੀਆਂ ਮੰਗਾਂ ਮੰਨ ਲੈਂਦੀ ਤੇ ਇਹ ਜ਼ਿੰਦਾਬਾਦ ਕਰਦੇ, ਕਿਉਂਕਿ ਜਿਹੜਾ ਕੁਰਸੀ ਤੇ ਬੈਠਾ ਉਹਦੀ ਜ਼ਿੰਦਾਬਾਦ ਉਹਦੀ ਹੋਏਗੀ ਜਦੋਂ ਲੋਕ ਖੁਸ਼ ਹੋਣਗੇ। ਤਾਂ ਸਰਕਾਰ ਅੱਗੇ ਇਹ ਬੇਨਤੀ ਕਰ ਰਹੇ ਨੇ ਕਿ ਇਹਨਾਂ ਲੋਕਾਂ ਨੂੰ ਖੁਸ਼ ਕਰ ਦਿਓ। ਇਹਨਾਂ ਨੇ ਕਿਹਾ ਸਾਨੂੰ ਸਾਡੇ ਜਾਇਜ਼ ਹੱਕ ਚਾਹੀਦੇ, ਅਸੀਂ ਨਹੀਂ ਕਹਿੰਦੇ ਕਿ 60,000 ਤਨਖਾਹ ਕਰ ਦਿਓ, 25-30,000 ਤਨਖਾਹ ਤਾਂ ਕਰ ਦਿਓ ਤਾਂ ਜੋ ਅਸੀਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰ ਸਕੀਏ। ਤੁਸੀਂ ਬਣੇ ਰਹਿਣਾ ਵੀ ਬੱਤੀ ਨਵਾਂ ਸ਼ਹਿਰ ਨਾਲ ਆਪਣੇ ਛੋਟ ਵੀ ਦਿਨੇਸ਼ਵਰੀ ਕੈਮਰਾ ਪਰਸਨ ਵਿੱਚ ਪੰਜਾਬ ਤੋਂ ਬਹੁਤ ਜਲਦੀ ਫਿਰ ਤੋਂ ਆਵਾਂਗੇ। ਸਤਿ ਸ਼੍ਰੀ ਅਕਾਲ।